ਕਾਲਕਾ ਜੀ ਦਿੱਲੀ ਕਮੇਟੀ 'ਚ ਅਕਸਰ ਬੜੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਬੜਾ ਵੱਡਾ ਮੁੱਦਾ ਰਹਿੰਦਾ, ਅਕਸਰ ਦੋਸ਼ ਲੱਗਦੇ ਰਹਿੰਦੇ ਹਨ। ਕਰਪਸ਼ਨ ਦਾ ਇਲਜ਼ਾਮ ਅਗਰ ਕੋਈ ਬੇਬੁਨਿਆਦੀ ਲੱਗਦਾ ਹੈ ਤੇ ਮੇਰੇ ਤੇ ਵੀ ਲੱਗ ਸਕਦਾ ਸੀ। ਇਹਦਾ ਮਤਲਬ ਇਹ ਜਿਹੜੇ ਕਰਪਸ਼ਨ ਲੱਗੀ ਆ ਪੁਰਾਣੇ ਪ੍ਰਬੰਧਕਾਂ ਦੇ ਉੱਤੇ ਲਾਈ ਗਈਆਂ ਸੀ, ਜਿਨ੍ਹਾਂ ਦੇ ਉੱਤੇ ਸਰਕਾਰਾਂ ਵੱਲੋਂ FIR ਵੀ ਹੋਈ ਹੈ ਔਰ ਬਿਲਕੁਲ ਕਲੈਰਿਟੀ ਹੈ ਉਹਦੇ ਉੱਤੇ ਕਿ ਜਿਹੜੇ ਨਕਲੀ ਬਿੱਲ ਜੀਕੇ ਸਾਹਿਬ ਦੇ ਸਮੇਂ ਦੇ ਵਿੱਚ ਬਣੇ ਨੇ ਔਰ ਜਿਸ ਤਰੀਕੇ ਦੇ ਨਾਲ ਪੇਮੈਂਟਾਂ ਹੋਈਆਂ, ਦੁਰਉਪਯੋਗ ਹੋਇਆ, ਲੋਕਾਂ ਦੇ ਕੋਲੋਂ ਪੈਸੇ ਡਾਇਰੈਕਟਲੀ ਲੈ ਕੇ ਗੁਰੂ ਘਰ 'ਚ ਵਾਪਸ ਜਮ੍ਹਾਂ ਨਹੀਂ ਹੋਏ, ਇਹਦੀ ਜਿਹੜੀ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ ਇਹ ਬਿਲਕੁਲ ਸਾਹਮਣੇ ਨੇ। ਤੁਹਾਡੇ ਜਿਹੜੇ ਪਿਛਲੇ 3 ਸਾਲ ਰਹੇ ਨੇ, ਇਸ ਤੁਸੀਂ ਮੰਨਦੇ ਹੋ ਕਿ ਕੋਈ ਕਰਪਸ਼ਨ ਨਹੀਂ ਹੋਈ? ਇੱਕ ਵੀ ਬਿੱਲ ਕੋਈ ਐਸਾ ਦਿਖਾ ਦਿਓ, ਇੱਕ ਵੀ ਬਿੱਲ ਨਾ ਨਕਲੀ ਬਿੱਲ ਹੋ ਸਕਦਾ ਉੱਥੇ, ਨਾ ਕਿਸੇ ਨੂੰ ਓਵਰ ਪੇਮੈਂਟ ਹੋ ਸਕਦੀ ਔਰ ਨਾ ਹੀ ਨਜਾਇਜ਼ ਕਿਸੇ ਨੂੰ ਸੇਵਾ ਦਿੱਤੀ ਗਈ ਹੋਏ ਕਿ ਵੀ ਆਪਣੇ ਬੰਦੇ ਨੂੰ ਓਬਲਾਈਜ਼ ਕਰਨ ਵਾਸਤੇ ਫਰਜ਼ੀ ਕੋਈ ਗੱਲ ਹੈ। ਤੁਸੀਂ ਕੋਵਿਡ ਹਸਪਤਾਲ ਵਗੈਰਾ ਬਾਰੇ ਗੱਲ ਕੀਤੀ ਹੈ। ਬਾਲਾ ਸਾਹਿਬ ਹਸਪਤਾਲ ਬਾਰੇ ਕਿਸੇ ਨੇ ਕੈਂਸਰ ਦੀ ਮਸ਼ੀਨ ਦਿੱਤੀ ਸੀ, ਉਹ ਸੁਣਨ 'ਚ ਆਇਆ ਸੀ ਕਿ ਉਹ 55 ਲੱਖ ਦੀ ਮਸ਼ੀਨ ਹੈ, ਲੇਕਿਨ ਉਹ ਕੋਈ ਉਹਦਾ ਵਰਕ ਨਹੀਂ ਹੋ ਰਿਹਾ, ਮੇਨਟੇਨੈਂਸ ਨਹੀਂ। ਬਿਲਕੁਲ ਠੀਕ ਗੱਲ ਹੈ। ਇਹੋ ਜਿਹੀਆਂ ਉਸ ਸਮੇਂ ਦੇ ਵਿੱਚ ਮਸ਼ੀਨਾਂ ਲੈ ਲਈਆਂ ਗਈਆਂ ਜਿਹਨੂੰ ਸ਼ੁਰੂ ਨਹੀਂ ਕੀਤਾ ਗਿਆ, ਖਰਾਬ ਕਰਤੀਆਂ ਗਈਆਂ ਔਰ ਸਭ ਤੋਂ ਵੱਡੀ ਗੱਲ ਕਿਉਂਕਿ ਉੱਥੇ ਸਾਡੀ ਜਿਹੜੀ ਅਲਟਰਾਸਾਊਂਡ ਦੀ ਮਸ਼ੀਨ ਸੀ, ਉਸ ਅਲਟਰਾਸਾਊਂਡ ਦੀ ਮਸ਼ੀਨ ਨੂੰ ਸੇਲ ਕਰਤਾ ਗਿਆ, ਜਿਹੜਾ ਬਿਲਕੁਲ ਗੈਰ ਕਾਨੂੰਨੀ ਔਰ ਇੱਕ ਅਪਰਾਧ ਗਿਣਿਆ ਜਾਂਦਾ ਹੈ ਕਿਉਂਕਿ ਅਲਟਰਾਸਾਊਂਡ ਦੀ ਮਸ਼ੀਨ ਕਿਉਂਕਿ ਲੇਡੀਜ਼ ਦੇ ਮੈਟਰਨਿਟੀ ਦੇ ਟਾਈਮ ਤੇ ਕੰਮ ਆਉਂਦੀ ਹੈ, ਸੋ ਇਸ ਕਰਕੇ ਅਲਟਰਾਸਾਊਂਡ ਦੀ ਮਸ਼ੀਨ ਬਿਨਾਂ ਸਰਕਾਰੀ ਇਜਾਜ਼ਤ ਦੇ ਵਿਕ ਨਹੀਂ ਸਕਦੀ ਔਰ ਉਸ ਟਾਈਮ ਤੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਉਸ ਮਸ਼ੀਨ ਨੂੰ ਉੱਤੇ ਡਿਸਪੋਜ਼ ਕੀਤਾ, ਉਹਦੇ ਕਰਕੇ ਸਾਡੀਆਂ ਸਾਰੀਆਂ ਮਸ਼ੀਨਾਂ ਦੀਆਂ ਪਰਮਿਸ਼ਨਸ ਰੁਕੀਆਂ ਪਈਆਂ। ਜੀ ਥੋੜਾ ਜਿਹਾ ਕਾਰਜਕਾਰਨੀ ਚੋਣਾਂ ਦਾ ਮਾੜਾ ਜ਼ਿਆਦਾ ਜ਼ਿਕਰ ਕਰ ਲਈਏ। ਉਸ ਦਿਨ ਸਾਨੂੰ ਮੀਡੀਆ ਨੂੰ ਵੀ ਕਰੀਬ 2-3 ਵਜੇ ਤੱਕ ਇੱਥੇ ਰਾਤੀ ਰੁਕਣਾ ਪਿਆ ਸੀ, 12-13 ਘੰਟੇ ਜੋ ਵੀ ਅੰਦਰ ਹੁੰਦਾ ਰਿਹਾ। ਉਹ ਐਕਚੁਅਲੀ ਵਿਵਾਦ ਕੀ ਸੀ? ਕਿ ਪਹਿਲੀ ਗੱਲ ਤੇ 5 ਮਹੀਨੇ ਇਲੈਕਸ਼ਨਾਂ ਟਾਲਤੀਆਂ ਗਈਆਂ, ਕਿਸੇ ਨਾ ਕਿਸੇ ਤਰੀਕੇ, ਕਦੀ ਵੋਟ ਨੂੰ ਲੋਟਰੀ ਨੂੰ ਲੈ ਕੇ, ਕਦੀ ਮਨਜਿੰਦਰ ਸਿੰਘ ਸਿਰਸਾ ਦੀ ਨੋਮੀਨੇਸ਼ਨ ਨੂੰ ਲੈ ਕੇ, ਇਹ ਲਗਾਤਾਰ ਕੋਰਟਾਂ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਸਾਡੇ ਵਿਰੋਧੀਆਂ ਨੇ ਕੰਮ ਕੀਤਾ ਔਰ ਜਿਸ ਵਕਤ ਸੰਗਤ ਦਾ ਜਿਨ੍ਹਾਂ ਨੂੰ ਮੈਂਡੇਟ ਮਿਲਦਾ 13 ਸੀਟਾਂ ਜਿੱਤ ਕੇ ਆਏ ਆ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਪਾਰਟੀ, 14ਵੇਂ ਉਹ ਆਪ ਪ੍ਰਧਾਨ ਬਣਦੇ ਆ, ਮੈਂਬਰ ਬਣਦੇ ਆ। 3 ਸੀਟਾਂ ਵਾਲਾ ਮਨਜੀਤ ਸਿੰਘ ਜੀਕੇ ਉਹ ਆ ਕੇ ਇੱਥੇ ਕਹੇ ਜੀ ਕਿ ਸਾਡੇ ਕੋਲ ਬਹੁਮਤ ਹੈ ਤੇ ਅਸੀਂ ਇਲੈਕਸ਼ਨ ਕਰਾ ਰਹੇ ਹਾਂ, ਤਾਂ ਸਾਫ਼ ਮੋਟਿਵ ਉਹਨਾਂ ਦਾ ਸਾਹਮਣੇ ਆ ਰਿਹਾ ਸੀ ਕਿ ਜਿਸ ਬੰਦੇ ਜਿਹੜੇ ਟੀਮ 30 ਬੰਦਿਆਂ ਦੀ ਟੀਮ ਇੱਕ ਪਾਸੇ ਬੈਠੀ ਹੈ, ਉਸ ਪਾਰਟੀ ਨੂੰ ਜਿਨ੍ਹਾਂ ਨੂੰ ਸੰਗਤ ਨੇ ਜਿਤਾ ਕੇ ਬੈਠਾ ਉਹ ਇਲੈਕਸ਼ਨ ਕਰਾਉਣ ਦੇ ਉੱਤੇ ਆਏ ਨੇ ਔਰ ਉਹਨਾਂ ਨੂੰ ਨਜ਼ਰ ਆ ਰਿਹਾ ਸੀ, ਬੁਖਲਾਹਟ ਨਜ਼ਰ ਆ ਰਹੀ ਸੀ। ਸਾਡੇ ਨਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲਕਾ ਜੀ, ਤੁਸੀਂ ਇੱਕ ਨਵੇਂ ਪ੍ਰਧਾਨ ਬਣੇ ਹੋ, ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ ਔਰ ਨਾਲ ਹੀ ਵੱਡੀਆਂ ਚੁਣੌਤੀਆਂ ਵੀ ਹਨ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿ ਜਿਹੜਾ ਵੀ ਕੰਮ ਬੰਦੇ ਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਹੁੰਦਾ ਹੀ ਚੁਣੌਤੀਪੂਰਨ ਹੈ ਔਰ ਖਾਸ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਸੰਗਤਾਂ ਨੇ ਦਿੱਤੀ ਹੈ ਔਰ ਪਾਰਟੀ ਨੇ ਜਿਹੜਾ ਵਿਸ਼ਵਾਸ ਰੱਖਿਆ ਮੇਰੇ 'ਤੇ, ਮੈਂ ਸਮਝਦਾ ਬਹੁਤ ਵੱਡੀ ਜਿੱਤ ਹਾਸਿਲ ਹੋਈ ਹੈ। ਜਿਸ ਤਰੀਕੇ ਦੇ ਨਾਲ ਲਗਾਤਾਰ 1 ਸਾਲ ਤੋਂ ਇਹ ਜਿਹੜੀ ਜੰਗ ਚੱਲ ਰਹੀ ਸੀ, ਗੁਰੂ ਘਰ ਦੀ ਸੇਵਾ ਨਹੀਂ ਸੀ, ਇਹ ਜੰਗ ਵਾਲੀ ਜਿਹਨੂੰ ਕਨਵਰਟ ਕਰਤਾ ਗਿਆ ਸੀ, ਉਹਨੂੰ ਅੱਜ ਸੰਗਤ ਦੇ ਨਾਲ ਇੱਕ ਨਵੀਂ ਕਮੇਟੀ ਬਣ ਕੇ ਆਈ ਹੈ। ਸੰਗਤਾਂ ਦੀ ਬੜੀ ਵੱਡੀਆਂ ਅਪੇਖਿਆਵਾਂ ਨੇ ਸਾਡੇ ਤੋਂ ਔਰ ਮੈਨੂੰ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਜਿੱਥੇ ਇੱਥੇ ਤੱਕ ਪਹੁੰਚਾਇਆ ਹੈ, ਅੱਗੇ ਵੀ ਅਸੀਂ ਸਾਰੀਆਂ ਸੇਵਾਵਾਂ ਕਰ ਸਕਾਂਗੇ ਸੰਗਤਾਂ ਦੇ ਸਹਿਯੋਗ ਦੇ ਨਾਲ, ਕਿਉਂਕਿ ਬਹੁਤ ਵੱਡੇ ਚੈਲੰਜਸ ਨੇ। ਚਾਹੇ ਅਸੀਂ ਧਰਮ ਪ੍ਰਚਾਰ ਦੀ ਗੱਲ ਕਰ ਲਈਏ, 2 ਸਾਲਾਂ ਤੋਂ ਕੋਵਿਡ ਦੇ ਸਮੇਂ ਤੋਂ ਇਹ ਧਰਮ ਪ੍ਰਚਾਰ ਬਹੁਤ ਘਟਿਆ ਹੋਇਆ ਹੈ। ਅਸੀਂ ਆਪਣੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਨਹੀਂ ਕਰਾ ਸਕੇ ਕਿਉਂਕਿ ਸੰਗਤ ਨਹੀਂ ਇਕੱਠੀ ਹੋ ਸਕੀ, ਇਸ ਕਰਕੇ ਪ੍ਰੋਬਲਮਸ ਆਈਆਂ। ਜਿੱਥੇ ਸਕੂਲਾਂ ਨੂੰ ਲੈ ਕੇ ਇੰਨੇ ਵੱਡੇ ਚੈਲੰਜਸ ਨੇ ਕਿਉਂਕਿ ਸਾਡੇ ਜਿਹੜੇ ਪੇਰੈਂਟਸ ਨੇ ਉਹ ਕਈ ਬੇਰੁਜ਼ਗਾਰ ਹੋ ਗਏ ਨੇ, ਉਹਨਾਂ ਦੇ ਬੱਚਿਆਂ ਦੀ ਫੀਸਾਂ ਨਹੀਂ ਦੇ ਸਕੇ, ਉਹਦੇ ਕਰਕੇ ਸੈਲਰੀਜ਼ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਔਰ ਇਸੇ ਤਰੀਕੇ ਦੇ ਨਾਲ ਮੈਡੀਕਲ ਲਾਈਨ ਨੂੰ ਲੈ ਕੇ ਜਿਹੜਾ ਸਾਡਾ ਹੌਸਪੀਟਲ ਹੈ, ਜਿਹੜਾ ਅਸੀਂ ਬਿਲਕੁਲ ਸ਼ੁਰੂ ਕਰਾਤਾ ਸੀ 30 ਦਿਨਾਂ ਦੇ ਵਿੱਚ, ਜਿਹਦੇ ਉੱਤੇ ਪੂਰੀ ਵਰਕਿੰਗ ਕੀਤੀ ਸੀ, ਮਗਰ ਇਲੈਕਸ਼ਨਾਂ ਕਰਕੇ ਰੁਕ ਗਿਆ ਔਰ ਉਸ 'ਤੇ ਕਈ ਚੀਜ਼ਾਂ ਦੀ ਹੁਣ ਰੋਕ ਲੱਗੀ ਹੋਈ ਹੈ। ਇਹ ਸਭ ਚੀਜ਼ਾਂ ਕਰਨੀਆਂ ਮੇਰੇ ਵਾਸਤੇ ਸਭ ਤੋਂ ਵੱਡੀ ਪ੍ਰਾਇੋਰਟੀ ਹੋਏਗੀ। ਕਾਲਕਾ ਜੀ, ਦਿੱਲੀ ਕਮੇਟੀ 'ਚ ਅਕਸਰ ਬੜੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਬੜਾ ਵੱਡਾ ਮੁੱਦਾ ਰਹਿੰਦਾ, ਅਕਸਰ ਦੋਸ਼ ਲੱਗਦੇ ਰਹਿੰਦੇ ਹਨ। ਹੁਣ ਤੁਸੀਂ ਇਹ ਕਿਸ ਤਰ੍ਹਾਂ ਯਕੀਨੀ ਬਣਾਓਗੇ ਕਿ ਭ੍ਰਿਸ਼ਟਾਚਾਰ ਦਿੱਲੀ ਕਮੇਟੀ 'ਚ ਹੁਣ ਨਾ ਹੋ ਪਾਏ? ਦੇਖੋ, ਆਪਣੀ ਜ਼ਿੰਮੇਵਾਰੀ ਰਹਿੰਦੀ ਔਰ ਮੈਂ ਇਹ ਨਹੀਂ ਕਿ ਮੈਂ ਅੱਜ ਪਹਿਲੀ ਵਾਰ ਮੈਨੂੰ ਬਤੌਰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਜ਼ਰੂਰ ਮਿਲੀ ਹੈ, ਬਟ ਮੈਂ ਦਿੱਲੀ ਕਮੇਟੀ ਦੇ ਹਰ ਅਹੁਦੇ 'ਤੇ ਰਹਿ ਕੇ ਆਇਆ। ਮੈਂ ਜਨਰਲ ਜੁਆਇੰਟ ਸੈਕਟਰੀ ਵੀ ਰਿਹਾ, ਮੈਂ ਸੀਨੀਅਰ ਮੀਤ ਪ੍ਰਧਾਨ ਵੀ ਰਿਹਾ, ਮੈਂ ਆਫਿਸ਼ੀਏਟਿੰਗ ਪ੍ਰਧਾਨ ਵੀ ਰਿਹਾ ਔਰ ਜਨਰਲ ਸਕੱਤਰ ਦੀ ਵੀ ਸੇਵਾ ਮੈਂ 2.5-3 ਸਾਲ ਲਗਾਤਾਰ ਨਿਭਾਈ ਹੈ। ਕਰਪਸ਼ਨ ਦਾ ਇਲਜ਼ਾਮ ਅਗਰ ਕੋਈ ਬੇਬੁਨਿਆਦੀ ਲੱਗਦਾ ਹੈ ਤੇ ਮੇਰੇ 'ਤੇ ਵੀ ਲੱਗ ਸਕਦਾ ਸੀ। ਇਹਦਾ ਮਤਲਬ ਇਹ ਜਿਹੜੇ ਕਰਪਸ਼ਨ ਲੱਗੀ ਆ ਪੁਰਾਣੇ ਪ੍ਰਬੰਧਕਾਂ ਦੇ ਉੱਤੇ ਲਾਈ ਗਈਆਂ ਸੀ, ਜਿਨ੍ਹਾਂ ਦੇ ਉੱਤੇ ਸਰਕਾਰਾਂ ਵੱਲੋਂ FIR ਵੀ ਹੋਈ ਹੈ ਔਰ ਬਿਲਕੁਲ ਕਲੈਰਿਟੀ ਹੈ
ਉਹਦੇ ਉੱਤੇ ਕਿ ਜਿਹੜੇ ਨਕਲੀ ਬਿੱਲ ਜੀਕੇ ਸਾਹਿਬ ਦੇ ਸਮੇਂ ਦੇ ਵਿੱਚ ਬਣੇ ਨੇ ਔਰ ਜਿਸ ਤਰੀਕੇ ਦੇ ਨਾਲ ਪੇਮੈਂਟਾਂ ਹੋਈਆਂ, ਦੁਰਉਪਯੋਗ ਹੋਇਆ, ਲੋਕਾਂ ਦੇ ਕੋਲੋਂ ਪੈਸੇ ਡਾਇਰੈਕਟਲੀ ਲੈ ਕੇ ਗੁਰੂ ਘਰ 'ਚ ਵਾਪਸ ਜਮ੍ਹਾਂ ਨਹੀਂ ਹੋਏ, ਇਹਦੀ ਜਿਹੜੀ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ, ਇਹ ਬਿਲਕੁਲ ਸਾਹਮਣੇ ਨੇ। ਉਸ ਤੋਂ ਬਾਅਦ ਅਸੀਂ 3 ਸਾਲ ਜਿਸ ਤਰੀਕੇ ਦੇ ਨਾਲ ਮੈਂ ਜਦ ਬਤੌਰ ਜਨਰਲ ਸਕੱਤਰ ਰਿਹਾ, ਅਸੀਂ ਇਸ ਚੀਜ਼ ਦੇ ਉੱਤੇ ਬਿਲਕੁਲ ਪਹਿਰਾ ਦਿੱਤਾ ਹੈ ਕਿ ਨਾ ਕੋਈ ਅਸੀਂ ਫੌਜੀ ਕਰਪਸ਼ਨ ਦੀ ਅਸੀਂ ਗੱਲ ਹੋਣ ਦਿੱਤੀ ਹੈ, ਨਾ ਕਿਸੇ ਨੂੰ ਬਰਦਾਸ਼ਤ ਕੀਤੀ। ਮਤਲਬ ਤੁਹਾਡੇ ਜਿਹੜੇ ਪਿਛਲੇ 3 ਸਾਲ ਰਹੇ ਨੇ, ਇਸ 'ਚ ਤੁਸੀਂ ਮੰਨਦੇ ਹੋ ਕਿ ਕੋਈ ਕਰਪਸ਼ਨ ਨਹੀਂ ਹੋਈ? ਕੋਈ ਇੱਕ ਵੀ ਬਿੱਲ ਕੋਈ ਐਸਾ ਦਿਖਾ ਦਿਓ, ਇੱਕ ਵੀ ਬਿੱਲ, ਨਾ ਨਕਲੀ ਬਿੱਲ ਹੋ ਸਕਦਾ ਉੱਥੇ, ਨਾ ਕਿਸੇ ਨੂੰ ਓਵਰ ਪੇਮੈਂਟ ਹੋ ਸਕਦੀ ਹੈ, ਔਰ ਨਾ ਹੀ ਨਾਜਾਇਜ਼ ਕਿਸੇ ਨੂੰ ਸੇਵਾ ਦਿੱਤੀ ਗਈ ਹੋਏ ਕਿ ਵੀ ਆਪਣੇ ਬੰਦੇ ਨੂੰ ਓਬਲਾਈਜ਼ ਕਰਨ ਵਾਸਤੇ ਫੌਜੀ ਕੋਈ ਗੱਲ ਹੈ। ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ, ਕਿਉਂਕਿ ਮੈਂ ਆਪ ਜਨਰਲ ਸਕੱਤਰ ਸੀ, ਮੇਰੇ ਸਾਈਨਾਂ ਦੀ ਲੋੜ ਪੈਂਦੀ ਹੈ, ਦੂਜੇ ਸਾਈਨ ਦੀ, ਬਿਲਕੁਲ ਦਿਨ ਦੇ ਵਿੱਚ 5-5 ਘੰਟੇ ਬਹਿ ਕੇ ਇੱਥੇ ਅਸੀਂ ਕੰਮ ਕੀਤਾ ਹੈ, ਆਪਣੀ ਜ਼ਿੰਮੇਵਾਰੀ ਸਮਝਦੇ ਹੋ। ਸੋ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਗੱਲ ਸਾਹਮਣੇ ਕੋਈ ਅੱਜ ਤੱਕ ਆਈ ਹੈ ਔਰ ਨਾ ਹੀ ਕੋਈ ਆਏਗੀ, ਕਿਉਂਕਿ ਇਹੋ ਜਿਹਾ ਕੰਮ ਕੋਈ ਹੋਇਆ ਨਹੀਂ। ਅੱਛਾ, ਦਿੱਲੀ ਕਮੇਟੀ 'ਚ ਪਾਰਦਰਸ਼ਤਾ ਲਿਆਉਣ ਵਾਸਤੇ ਆਰਟੀਆਈ ਲਾਗੂ ਹੈ, ਲੇਕਿਨ ਬੜੀ ਸਾਰੀ ਆਰਟੀਆਈ ਦੇ ਜਵਾਬ ਨਹੀਂ ਦਿੱਤੇ ਜਾਂਦੇ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਆਰਟੀਆਈ ਜਿਹੜੀ ਕਿਉਂਕਿ ਕਈਆਂ ਦੀ ਤੇ ਕਹਿੰਦੇ ਨਾ ਆਫੈਂਡਡ ਕ੍ਰਿਮੀਨਲਸ ਹੁੰਦੇ ਨੇ, ਇੱਕ ਹੈਪਚੁਅਲ ਕ੍ਰਿਮੀਨਲਸ ਹੁੰਦੇ ਨੇ, ਇੱਕ ਹੈਪਚੁਅਲ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਤੰਗ ਕਰਨਾ ਹੁੰਦਾ, ਉਹਨਾਂ ਦੀ ਹੋ ਸਕਦਾ ਕੋਈ ਰਹਿ ਗਈ ਹੋਏ, ਬਟ ਮੇਰੀ ਨੌਲੇਜ ਇਹੋ ਜਿਹੀ ਕੋਈ ਨਹੀਂ ਹੈ ਕਿ ਜਿਹਦੀ ਆਰਟੀਆਈ ਸਾਨੂੰ ਆਈ ਹੋਏ ਔਰ ਉਸੇ ਜਵਾਬ ਨਾ ਦਿੱਤਾ ਹੋਏ। ਔਰ ਖਾਸ ਤੌਰ 'ਤੇ ਹਿਸਾਬ ਨੂੰ ਲੈ ਕੇ ਅਸੀਂ ਤਾਂ ਪਬਲਿਕਲੀ ਲੋਕਾਂ ਗੁਰਦੁਆਰਾ ਸਾਹਿਬ ਦੀ ਸਟੇਜਾਂ 'ਤੇ ਜਾ ਕੇ ਅਨਾਊਂਸ ਕਰਦੇ ਰਿਹਾ ਕਿ ਅੱਜ ਸਾਡੇ ਕੋਲ ਇੰਨੇ ਪੈਸੇ ਆਏ ਨੇ, ਇੰਨੇ ਦਾ ਖਰਚਾ ਹੋਇਆ, ਕਿਉਂਕਿ ਉਹ ਸਮਾਂ ਐਸਾ ਸੀ ਲਾਕਡਾਊਨ ਦੇ ਸਮੇਂ ਦੇ ਵਿੱਚ ਜਦ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੁੰਦਾ ਸੀ। ਤਾਂ ਸਾਡੀਆਂ ਜਿਹੜੀਆਂ ਪ੍ਰੈਸ ਜਿਹਦੇ ਵਿੱਚ ਸੀਸਗੰਜ ਮੈਗਜ਼ੀਨ ਛਪਦੀ, ਜਿਹਦੇ ਵਿੱਚ ਹਿਸਾਬ ਕਿਤਾਬ ਹੁੰਦਾ, ਉਹ ਛਪਣੀ ਬੰਦ ਹੋ ਗਈ। ਸਾਡੇ ਵੈਬ ਸਾਈਟਸ ਜਿਹੜੀਆਂ ਚੱਲ ਰਹੀਆਂ ਸੀ, ਆਨਲਾਈਨ ਪ੍ਰੋਪਰ ਕੰਮ ਨਹੀਂ ਹੋ ਪਾ ਰਿਹਾ ਸੀ। ਸੋ ਅਸੀਂ ਜ਼ਿੰਮੇਵਾਰੀ ਸਮਝਦੇ ਹੋਏ ਹਰ ਚੀਜ਼ ਨੂੰ ਪਾਰਦਰਸ਼ਤਾ ਅੱਗੇ ਵੀ ਪਿੱਛੇ ਵੀ ਰੱਖੀ ਹੈ, ਅੱਗੇ ਵੀ ਰੱਖਾਂਗੇ। ਕਾਲਕਾ ਜੀ, ਟੀਚਰਾਂ ਦਾ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ? ਉਹਨਾਂ ਨੂੰ ਸੈਲਰੀ ਲਈ ਇੱਕ ਰੋਡ ਮੈਪ ਕਦੋਂ ਤੱਕ ਤਿਆਰ ਹੋਏਗਾ? ਦੇਖੋ, ਮੈਂ ਇਸ ਵਕਤ ਤੇ ਕੁਝ ਗੱਲ ਇਸ ਦਾ ਜਵਾਬ ਨਹੀਂ ਦੇ ਸਕਦਾ, ਮਗਰ ਸਾਡੀ ਪ੍ਰਾਇੋਰਟੀ ਰਹੇਗੀ, ਕਿਉਂਕਿ ਇਹਦੇ ਵਿੱਚ ਬਹੁਤ ਵੱਡੇ, ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ, ਚੈਲੰਜਸ ਨੇ, ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕਰੰਚ ਹੈ, ਔਰ ਇਹਨੂੰ ਕਵਰ ਅਪ ਕਰਨ ਵਾਸਤੇ ਜਦ ਤੱਕ ਅਸੀਂ ਇੱਕ ਸਕੂਲ ਦਾ ਅਲੱਗ ਰੋਡ ਮੈਪ ਨਹੀਂ ਬਣਾਵਾਂਗੇ, ਇਹਦਾ ਕਲੈਕਟਿਵ ਬਣ ਹੀ ਨਹੀਂ ਸਕਦਾ। ਕਿਉਂਕਿ ਜਿਹੜੇ ਕਾਲਜ ਸਕੂਲਸ ਜਿਹੜੇ ਸਾਡੇ ਬਿਲਕੁਲ ਠੀਕ ਨੇ, ਜਿਹੜੇ ਆਪਣੇ ਜੋਗੇ ਪੈਰਾਂ 'ਤੇ ਖੜੇ ਹੋ ਸਕਦੇ ਨੇ, ਉਹਨਾਂ ਦੇ ਸਕੂਲਾਂ ਦੀਆਂ ਟੀਚਰਾਂ ਵੀ ਸਟ੍ਰਾਈਕਾਂ ਕਰਦੀਆਂ ਨੇ, ਕਿਉਂਕਿ ਇਹ ਪੋਲੀਟੀਕਲੀ ਮੋਟੀਵੇਟਿਡ ਹੈਗੀਆਂ ਨੇ। ਅਸੀਂ ਉਹਦੇ ਉੱਤੇ ਕੁਝ ਨਹੀਂ ਆ ਸਕਦੇ। ਇਹੋ ਜਿਹੀਆਂ ਟੀਚਰਾਂ ਨੇ ਜਿਨ੍ਹਾਂ ਨੂੰ ਅੱਜ 25-25 ਸਾਲ ਹੋ ਗਏ ਸਕੂਲਾਂ 'ਚ ਕੰਮ ਕਰਦੇ ਹੋਏ, ਮਗਰ ਕੋਟਾਂ ਦੇ ਵਿੱਚ ਘਸੀਟਦੇ ਹੋਏ ਉਹਨਾਂ ਦੀਆਂ ਮਾਨਤਾ ਖਤਮ ਕਰਾਉਣ ਨੂੰ ਜਾ ਰਹੀ ਹੈ। ਸੋ ਇਹ ਜ਼ਿੰਮੇਵਾਰੀ ਜਿੱਥੇ ਪ੍ਰਬੰਧਕਾਂ ਦੀ ਬਣਦੀ ਹੈ, ਉੱਥੇ ਟੀਚਰਾਂ ਦੀ ਵੀ ਬਰਾਬਰ ਦੀ ਬਣਦੀ ਹੈ। ਅਸੀਂ ਹਰ ਉਸ ਕੋਸ਼ਿਸ਼ ਨੂੰ ਕਰ ਰਹੇ ਹਾਂ ਕਿ ਲੋਕਾਂ ਦਾ, ਸਟਾਫ ਦਾ, ਉਹਨਾਂ ਦਾ ਹੱਕ ਮਿਲ ਸਕੇ, ਔਰ ਇਹਦੀ ਲਗਾਤਾਰ ਅਸੀਂ ਲੜਾਈ ਪਿਛਲੇ 6-7 ਸਾਲਾਂ ਤੋਂ ਚੱਲਦੇ ਆ ਰਿਹਾ। ਮਗਰ ਇੰਨਾ ਵੱਡਾ ਫਾਈਨੈਂਸ਼ੀਅਲ ਕਰੰਚ ਹੈ, ਇੰਨਾ ਵੱਡਾ ਕੀ ਕਹਿੰਦੇ ਖਾਈ ਖੋਦ ਕੇ ਗਏ ਹੋਏ ਨੇ ਪੁਰਾਣੇ ਪ੍ਰਬੰਧਕ, ਜਿਹਦੀ ਭਰਪਾਈ ਨਹੀਂ ਹੋ ਪਾ ਰਹੀ, ਔਰ ਦਿਨ ਬੇ ਦਿਨ ਵਰਸਟ ਇਸ ਕਰਕੇ ਹੋਈ ਹੈ ਕਿਉਂਕਿ ਜਿੱਥੇ 6 ਪੇ ਕਮਿਸ਼ਨ ਲੱਗਿਆ, ਉੱਥੇ ਏਰੀਅਰਸ ਦੇਣੇ ਸ਼ੁਰੂ ਕੀਤੇ ਪਿਛਲੇ ਜਿਹੜੇ ਰੁਕੇ ਹੋਏ ਸੀ, ਔਰ ਨਾਲ ਹੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਅੱਜ 2 ਸਾਲ ਤੋਂ ਉੱਪਰ ਹੋ ਗਿਆ ਕੋਵਿਡ ਕਰਕੇ, ਜਿੱਥੇ ਸਾਡੀ ਜ਼ਿੰਮੇਵਾਰੀ ਸੈਲਰੀਜ਼ ਦੇਣ ਦੀ ਵੀ ਹੈ, ਸਾਡੀ ਜ਼ਿੰਮੇਵਾਰੀ ਉਨ ਪੇਰੈਂਟਸ ਦੀ ਵੀ ਹੈ, ਦੇ ਉੱਤੇ ਵੀ ਹੈ ਜਿਨ੍ਹਾਂ ਨੇ ਆਪਣੇ ਬੱਚੇ ਪੜ੍ਹਾਉਣੇ ਨੇ ਔਰ ਉਹਨਾਂ ਦੇ ਘਰੋਂ ਬੇਰੁਜ਼ਗਾਰ ਹੋ ਗਏ ਨੇ। ਸਾਡੀ ਉਹ ਵੀ ਜ਼ਿੰਮੇਵਾਰੀ, ਕਿਉਂਕਿ ਅਸੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ। ਖਾਲੀ ਸਿਰਫ ਇੱਕ ਬੰਚ ਆਫ ਜਿਹੜੇ ਟੀਚਰਸ ਨੇ, ਖਾਲੀ ਉਹਨਾਂ ਦੀ ਸੇਵਾ ਨਹੀਂ ਕਰਨੀ ਅਸੀਂ, ਉਹਨਾਂ ਨੂੰ ਬੰਦਾ ਹੱਕ ਬਿਲਕੁਲ ਦਿੱਤਾ ਜਾ ਰਿਹਾ, ਮਗਰ ਜਿਹੜੀ ਸੰਗਤ ਹੈ, ਜਿਨ੍ਹਾਂ ਦੇ ਜਿਹੜੇ ਪੇਰੈਂਟਸ ਨੇ, ਜਿਹਨਾਂ ਬੱਚੇ ਸਾਡੇ ਕੋਲ ਪੜ੍ਹਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਕਾਲਕਾ ਜੀ, GHPS ਵਿੱਚ ਤਾਂ ਸੈਲਰੀ ਔਰ ਫੀਸ ਵਾਲਾ ਇਸ਼ੂ ਮੰਨਿਆ ਜਾ ਸਕਦਾ, ਲੇਕਿਨ ਜਿਹੜੇ ਏਡਡ ਸਕੂਲ ਹੈਗੇ ਜਿੱਦਾਂ ਸੁੱਖੋ ਖਾਲਸਾ, ਉਹ 'ਚ ਤਾਂ ਨਾ ਫੀਸ ਦਾ ਇਸ਼ੂ ਹੈ ਨਾ ਸੈਲਰੀ ਦਾ ਇਸ਼ੂ ਹੈ, ਲੇਕਿਨ ਉਹਨਾਂ ਦੀ ਵੀ ਹਾਲਤ ਬੜੀ ਖਰਾਬ ਹੈ। ਦੇਖੋ, ਉਹਦੇ ਵਿੱਚ ਕੋਈ ਸ਼ਾਇਦ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਕਲੈਰਿਟੀ ਨਹੀਂ ਹੈਗੀ। ਕੋਈ ਹਾਲਤ ਖਰਾਬ ਨਹੀਂ ਹੈ, ਬਿਲਕੁਲ। ਸਟੂਡੈਂਟ ਬਹੁਤ ਘੱਟ ਹੈਗੇ। ਨਹੀਂ, ਸਟੂਡੈਂਟਸ ਘੱਟ ਹੋਣ ਦਾ ਕਾਰਨ ਜਿੱਥੇ 100 ਰੁਪਏ ਦੀ ਫੀਸ ਹੋਏ ਉੱਥੇ ਸਟੂਡੈਂਟ ਨਾ ਹੋਣ, ਤੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਦਿੱਲੀ ਕਮੇਟੀ ਨੂੰ ਐਫਰਟਸ ਕਰਨੇ ਚਾਹੀਦੇ, ਕਿਉਂਕਿ ਉਹ ਘੱਟ, ਉੱਥੇ ਸਿੱਖਾਂ ਦੀ ਆਬਾਦੀ ਵੀ ਕਾਫੀ ਹੈਗੀ ਹੈ, ਤੇ ਜਿਹੜਾ ਗਰੀਬ ਤਬਕਾ ਜਿਹੜਾ ਫੀਸ ਮਾਫੀ ਲਈ ਕਹਿੰਦਾ ਰਹਿੰਦਾ, ਉਹਨਾਂ ਨੂੰ ਤੁਸੀਂ ਐਫਰਟ ਕਰ ਸਕਦੇ ਹੋ। ਦੇਖੋ, ਇੱਕ ਗੱਲ ਬੜੀ ਕਲੈਰਿਟੀ ਹੈ ਕਿ ਜਿਸ ਬੰਦੇ ਨੇ ਪਬਲਿਕ ਸਕੂਲ 'ਚ ਬੱਚੇ ਨੇ ਪੜ੍ਹਾਉਣਾ ਹੈ, ਉਹਨੇ ਪਬਲਿਕ ਸਕੂਲ 'ਚ ਪੜ੍ਹਾਉਣਾ ਹੈ, ਜਿਹਨੇ ਗਵਰਨਮੈਂਟ ਸਕੂਲ 'ਚ ਪੜ੍ਹਾਉਣਾ ਉਹਨੇ ਗਵਰਨਮੈਂਟ ਸਕੂਲ 'ਚ ਪੜ੍ਹਾਉਣਾ ਹੈ। ਔਰ ਜਦ ਅਸੀਂ ਲੋਕਾਂ ਨੂੰ ਕਨਵਰਟ ਕਰਨ ਵਾਸਤੇ ਭੇਜਦੇ ਹਾਂ, ਸਾਡੇ ਕੋਲੋਂ ਗੁਰੂ ਹਰਕ੍ਰਿਸ਼ਨ ਤੋਂ ਹਟ ਕੇ ਅਗਲਾ ਕਿਸੇ ਹੋਰ ਸਕੂਲ ਹੀ ਚਲੇ ਜਾਏ ਤੇ ਵੱਖਰੀ ਗੱਲ ਹੈ। ਸੁੱਖੋ ਖਾਲਸਾ ਕੋਈ ਨਹੀਂ ਜਾਂਦਾ। ਅਸੀਂ ਆਪਣੇ ਪ੍ਰਚਾਰਕਾਂ ਦੀ, ਆਪਣੇ ਰਾਗੀ ਸਿੰਘਾਂ ਦੀ, ਆਪਣੇ ਜਿੰਨੇ ਵੀ ਸਾਡੇ ਗੁਰਦੁਆਰਾ ਕਮੇਟੀ ਦੇ ਇੰਪਲੋਈਜ਼, ਅਸੀਂ ਸਭ ਨੂੰ ਵੀ ਇਹੀ ਕਿਹਾ ਹੋਇਆ ਕਿ ਜਦ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਔਰ ਉਹਦੀ ਪੜ੍ਹਾਈ ਦਾ ਲੈਵਲ ਕੋਈ ਘੱਟ ਨਹੀਂ ਹੈ ਉੱਥੇ, ਮਗਰ ਇਹ ਤੇ ਪੇਰੈਂਟਸ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਪਏਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਾਉਣਾ। ਅੱਛਾ ਕਾਲਕਾ ਜੀ, ਦਿੱਲੀ ਕਮੇਟੀ ਵੱਲੋਂ ਜਿਹੜਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਆਉਂਦੀ ਹੈ, ਤੇ ਹਰ ਵਾਰੀ ਇਸ ਤਰ੍ਹਾਂ ਹੁੰਦਾ ਕਿ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਹੈ,
ਤੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੁੰਦਾ। ਇਸ ਵਾਰੀ ਪੰਜਾਬੀ ਭਾਸ਼ਾ ਲਈ ਤੁਸੀਂ ਕਿਸ ਤਰ੍ਹਾਂ ਦੇ ਐਫਰਟਸ ਕਰ ਸਕਦੇ? ਦੇਖੋ, ਪੰਜਾਬੀ ਭਾਸ਼ਾ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ, ਉਹਨਾਂ ਨੂੰ ਆਪਣੇ ਗੁਰੂਆਂ ਦੀ ਸ਼ਹਾਦਤਾਂ ਦੇ ਬਾਰੇ ਦੱਸਣਾ, ਇਹ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਸਿਰ 'ਤੇ। ਔਰ ਅਸੀਂ ਇੱਕ ਰੋਡ ਮੈਪ ਬਣਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਲ ਨਾਲ ਜਿੰਨੀ ਦਿੱਲੀ ਦੀਆਂ ਸਿੰਘ ਸਭਾਵਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਘਰ ਘਰ ਤੱਕ ਸਾਡੀ ਟੀਮ ਪਹੁੰਚੇਗੀ। ਔਰ ਜਿਹੜੇ ਬੱਚੇ ਸਾਡੇ ਪਤਿਤ ਪੁਣੇ ਵੱਲ ਜਾ ਰਹੇ ਨੇ, ਸਿੱਖੀ ਤੋਂ ਦੂਰ ਹੋ ਰਹੇ ਨੇ, ਉਹਨਾਂ ਨੂੰ ਵਾਪਸ ਪ੍ਰੇਰਿਤ ਕਰਨ ਦੀ ਇਹ ਸਭ ਤੋਂ ਵੱਡਾ ਹੀਲਾ ਹੈ। ਮੈਂ ਸਮਝਦਾ ਕਿ ਅਸੀਂ ਆਪਣਾ ਖਜ਼ਾਨਾ ਹੀ ਰੋਕ ਲਈਏ, ਇਹਨਾਂ ਨੂੰ ਕਿਧਰੇ ਕਨਵਰਜਨ ਵੱਲ ਨਾ ਜਾਣ ਦਈਏ, ਇਹਨਾਂ ਨੂੰ ਕੇਸਾਂ ਦੀ ਬੇਅਦਬੀ ਤੋਂ ਰੋਕ ਲਈਏ, ਅਤੇ ਸਾਡੇ ਵਾਸਤੇ ਇਹੀ ਬੜੀ ਵੱਡੀ ਜਿੱਤ ਹੈ, ਨਾ ਕਿ ਅਸੀਂ ਦੂਜੀ ਧਰਮਾਂ ਦੇ ਬੰਦਿਆਂ ਨੂੰ ਇੱਥੇ ਕਨਵਰਟ ਕਰੀਏ। ਸੋ ਇਹ ਸਾਰੀਆਂ ਜ਼ਿੰਮੇਵਾਰੀਆਂ, ਪਹਿਲੀ ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਹੈ ਪੰਜਾਬੀ ਮਾਂ ਬੋਲੀ ਤੋਂ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਸਿੱਖ ਇਤਿਹਾਸ ਦੀ ਗੱਲ ਹੈ। ਔਰ ਜਦ ਗੁਰੂ ਇਤਿਹਾਸ ਲੋਕਾਂ ਤੱਕ ਘਰ ਪਹੁੰਚੇਗਾ ਅਤੇ ਆਪਣੇ ਆਪ ਮੈਨੂੰ ਲੱਗਦਾ ਹੈ ਕਿ 99% ਕੀ 100% ਬੱਚੇ ਮੋਲਡ ਹੋਣਗੇ। ਜਿਸ ਵਕਤ ਇਹੋ ਜਿਹਾ ਕੁਰਬਾਨੀਆਂ ਪਰ ਆਪਣਾ ਇਤਿਹਾਸ ਦੇ ਬਾਰੇ ਸੁਣਨਗੇ, ਅਸੀਂ ਉਸ ਚੀਜ਼ ਦੇ ਉੱਤੇ ਬਹੁਤ ਵਾਂਝੇ ਰਹਿ ਗਏ। ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਅਸੀਂ ਘਰ ਘਰ ਤੱਕ ਇਸ ਗੱਲ ਨੂੰ ਪਹੁੰਚਾਉਣ ਦੀ। ਹਲਕਾ ਜੀ, ਤੁਸੀਂ ਕੋਵਿਡ ਹਸਪਤਾਲ ਵਗੈਰਾ ਬਾਰੇ ਗੱਲ ਕੀਤੀ ਹੈ। ਬਾਲਾ ਸਾਹਿਬ ਹਸਪਤਾਲ ਬਾਰੇ ਕਿਸੇ ਨੇ ਕੈਂਸਰ ਦੀ ਮਸ਼ੀਨ ਦਿੱਤੀ ਸੀ, ਉਹ ਸੁਣਨ 'ਚ ਆਇਆ ਸੀ ਕਿ ਉਹ 55 ਲੱਖ ਦੀ ਮਸ਼ੀਨ ਹੈ, ਲੇਕਿਨ ਉਹ ਕੋਈ ਉਹਦਾ ਵਰਕ ਨਹੀਂ ਹੋ ਰਿਹਾ, ਮੇਨਟੇਨੈਂਸ ਨਹੀਂ ਹੋ ਰਹੀ। ਨਹੀਂ, ਬਿਲਕੁਲ ਠੀਕ ਗੱਲ ਹੈ। ਇਹੋ ਜਿਹੀਆਂ ਉਸ ਸਮੇਂ ਦੇ ਵਿੱਚ ਮਸ਼ੀਨਾਂ ਲੈ ਲਈਆਂ ਗਈਆਂ ਜਿਹਨੂੰ ਸ਼ੁਰੂ ਨਹੀਂ ਕੀਤਾ ਗਿਆ, ਖਰਾਬ ਕਰਤੀਆਂ ਗਈਆਂ। ਔਰ ਸਭ ਤੋਂ ਵੱਡੀ ਗੱਲ, ਕਿਉਂਕਿ ਉੱਥੇ ਸਾਡੀ ਜਿਹੜੀ ਅਲਟਰਾਸਾਊਂਡ ਦੀ ਮਸ਼ੀਨ ਸੀ, ਉਸ ਅਲਟਰਾਸਾਊਂਡ ਦੀ ਮਸ਼ੀਨ ਨੂੰ ਸੇਲ ਕਰਤਾ ਗਿਆ, ਜਿਹੜਾ ਬਿਲਕੁਲ ਗੈਰ ਕਾਨੂੰਨੀ ਔਰ ਇੱਕ ਅਪਰਾਧ ਗਿਣਿਆ ਜਾਂਦਾ ਹੈ। ਕਿਉਂਕਿ ਅਲਟਰਾਸਾਊਂਡ ਦੀ ਮਸ਼ੀਨ ਕਿਉਂਕਿ ਲੇਡੀਜ਼ ਦੇ ਮੈਟਰਨਿਟੀ ਦੇ ਟਾਈਮ 'ਤੇ ਕੰਮ ਆਉਂਦੀ ਹੈ, ਸੋ ਇਸ ਕਰਕੇ ਅਲਟਰਾਸਾਊਂਡ ਦੀ ਮਸ਼ੀਨ ਬਿਨਾਂ ਸਰਕਾਰੀ ਇਜਾਜ਼ਤ ਦੇ ਵਿਕ ਨਹੀਂ ਸਕਦੀ। ਔਰ ਉਸ ਟਾਈਮ 'ਤੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਉਸ ਮਸ਼ੀਨ ਨੂੰ ਉੱਤੇ ਡਿਸਪੋਜ਼ ਕੀਤਾ, ਉਹਦੇ ਕਰਕੇ ਸਾਡੀਆਂ ਸਾਰੀਆਂ ਮਸ਼ੀਨਾਂ ਦੀਆਂ ਪਰਮਿਸ਼ਨਸ ਰੁਕੀਆਂ ਪਈਆਂ। ਸੋ ਇਸ ਕਰਕੇ ਅਸੀਂ ਦਿੱਲੀ ਸਰਕਾਰ ਕੋਲ ਵੀ ਮੰਗ ਕੀਤੀ ਹੈ। ਦਿੱਲੀ ਸਰਕਾਰ ਦੇ ਜਿਹੜੇ ਮੰਤਰੀ ਨੇ ਸਤਿੰਦਰ ਜੈਨ ਜੀ, ਉਹਨਾਂ ਨਾਲ ਮੈਂ ਪਰਸਨਲੀ ਵੀ ਮਿਲ ਕੇ ਆਇਆ, ਔਰ ਅਸੀਂ ਕੋਰਟ ਦੇ ਵਿੱਚ ਵੀ ਇਹ ਕੇਸ ਪਾਇਆ ਹੋਇਆ ਕਿ ਸਾਨੂੰ ਪਰਮਿਸ਼ਨਸ ਦਿੱਤੀ ਜਾਣ। ਅਗਰ ਸਾਡੀ ਇੱਕ ਪਰਮਿਸ਼ਨ ਦੇ ਨਾਲ ਨਾਲ ਬਾਕੀ ਪਰਮਿਸ਼ਨਸ ਨਾਲ ਕੰਟੀਨਿਊਸ਼ਨ ਨਹੀਂ ਚਾਹਣਗੇ, ਔਰ ਇਹ ਸਭ ਕੁਝ ਸ਼ੁਰੂ ਹੋਏਗਾ। ਕੈਂਸਰ ਦੀ ਵੀ ਗੱਲ ਕਰ ਰਹੇ ਹਾਂ, ਡਾਇਲਿਸਿਸ ਸਾਡੇ ਆਲਰੇਡੀ ਚੱਲ ਰਹੇ ਆ। ਜਿਹੜਾ ਅਸੀਂ ਇੱਥੇ ਪੈਨਾਡੈਮਿਕ ਦਾ ਵਿੰਗ ਬਣਾਇਆ ਸੀ, ਉਹਦੇ ਨਾਲ ਨਾਲ ਅਸੀਂ ਕੱਲ੍ਹ ਬਾਬਾ ਬਚਨ ਜੀ ਹੋਰਾਂ ਨਾਲ ਗੱਲ ਕੀਤੀ ਆ। ਅਸੀਂ OPD ਵੀ ਨਵੀਂ ਦੁਬਾਰਾ ਸ਼ੁਰੂ ਕਰਕੇ ਔਰ ਆਪਣੇ ਇਸ ਹਸਪੀਟਲ ਨੂੰ ਸਟੇਜਸ ਦੇ ਵਿੱਚ ਬਿਲਕੁਲ ਸ਼ੁਰੂ ਕਰਾਂਗੇ। ਹਲਕਾ ਜੀ, ਥੋੜ੍ਹਾ ਜਿਹਾ ਕਾਰਜਕਾਰਨੀ ਚੋਣਾਂ ਦਾ ਮਾੜਾ ਜ਼ਿਆਦਾ ਜ਼ਿਕਰ ਕਰ ਲਈਏ। ਉਸ ਦਿਨ ਸਾਨੂੰ ਮੀਡੀਆ ਨੂੰ ਵੀ ਕਰੀਬ 2-3 ਵਜੇ ਤੱਕ ਇੱਥੇ ਰਾਤੀ ਰੁਕਣਾ ਪਿਆ ਸੀ, 12-13 ਘੰਟੇ ਜੋ ਵੀ ਅੰਦਰ ਹੁੰਦਾ ਰਿਹਾ। ਉਹ ਐਕਚੁਅਲੀ ਵਿਵਾਦ ਕੀ ਸੀ? ਬਸ ਦੇਖੋ, ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਉਸ ਦਿਨ, ਜੋ ਵੀ ਕਹਿ ਲਓ, ਕਿਉਂਕਿ ਪਿਛਲੇ 1971 ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦਾ ਐਕਟ ਬਣਿਆ ਔਰ 2021 ਦੀ ਚੋਣਾਂ ਹੁਣ 22 'ਚ ਆਪਾਂ ਕਰ ਰਹੇ ਹਾਂ। 50 ਸਾਲ ਦੇ ਇਤਿਹਾਸ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਪਹਿਲੀ ਗੱਲ ਤਾਂ 5 ਮਹੀਨੇ ਇਲੈਕਸ਼ਨਾਂ ਟਾਲਤੀਆਂ ਗਈਆਂ ਕਿਸੇ ਨਾ ਕਿਸੇ ਤਰੀਕੇ, ਕਦੀ ਵੋਟ ਨੂੰ ਲੋਟਰੀ ਨੂੰ ਲੈ ਕੇ, ਕਦੀ ਮਨਜਿੰਦਰ ਸਿੰਘ ਸਿਰਸਾ ਦੀ ਨੋਮੀਨੇਸ਼ਨ ਨੂੰ ਲੈ ਕੇ। ਇਹ ਲਗਾਤਾਰ ਕੋਰਟਾਂ ਦੇ ਵਿੱਚ ਜਾ ਜਾ ਕੇ ਜਿਸ ਤਰੀਕੇ ਦੇ ਨਾਲ ਸਾਡੇ ਵਿਰੋਧੀਆਂ ਨੇ ਕੰਮ ਕੀਤਾ, ਔਰ ਜਿਸ ਵਕਤ ਸੰਗਤ ਦਾ ਜਿਨ੍ਹਾਂ ਨੂੰ ਮੈਂਡੇਟ ਮਿਲਦਾ ਹੈ, 13 ਸੀਟਾਂ ਜਿੱਤ ਕੇ ਆਏ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਪਾਰਟੀ, 14ਵੇਂ ਉਹ ਆਪ ਪ੍ਰਧਾਨ ਬਣਦੇ ਆ, ਮੈਂਬਰ ਬਣਦੇ ਆ। 3 ਸੀਟਾਂ ਵਾਲਾ ਮਨਜੀਤ ਸਿੰਘ ਜੀਕੇ ਉਹ ਆ ਕੇ ਇੱਥੇ ਕਹੇ ਜੀ ਕਿ ਸਾਡੇ ਕੋਲ ਬਹੁਮਤ ਹੈਗਾ ਅਤੇ ਅਸੀਂ ਇਲੈਕਸ਼ਨ ਕਰਾ ਰਹੇ ਹਾਂ। ਇੱਥੋਂ ਸਾਫ਼ ਮੋਟਿਵ ਉਹਨਾਂ ਦਾ ਸਾਹਮਣੇ ਆ ਰਿਹਾ ਸੀ ਕਿ ਜਿਸ ਬੰਦੇ, ਜਿਹੜੇ ਟੀਮ 30 ਬੰਦਿਆਂ ਦੀ ਟੀਮ ਇੱਕ ਪਾਸੇ ਬੈਠੀ ਹੈ, ਉਸ ਪਾਰਟੀ ਨੂੰ ਜਿਹਨਾਂ ਨੂੰ ਸੰਗਤ ਨੇ ਜਿਤਾ ਕੇ ਬੈਠਾ, ਉਹ ਇਲੈਕਸ਼ਨ ਕਰਾਉਣ ਦੇ ਉੱਤੇ ਆਏ ਨੇ, ਔਰ ਉਹਨਾਂ ਨੂੰ ਨਜ਼ਰ ਆ ਰਿਹਾ ਸੀ, ਬੁਖਲਾਹਟ ਨਜ਼ਰ ਆ ਰਹੀ ਸੀ। ਵਿਵਾਦ ਕਿੱਥੋਂ ਸ਼ੁਰੂ ਹੋਇਆ ਸੀ? ਵਿਵਾਦ ਜਿਸ ਵਕਤ ਪ੍ਰੋਟੈਮ ਚੇਅਰਮੈਨ, ਡਾਇਰੈਕਟਰ ਦਾ ਕੰਮ ਹੁੰਦਾ ਪ੍ਰੋਟੈਮ ਚੇਅਰਮੈਨ ਚੁਣਨਾ, ਔਰ ਪ੍ਰੋਟੈਮ ਚੇਅਰਮੈਨ ਕੋਲ ਸਾਰੀ ਪਾਵਰਸ ਹੁੰਦੀਆਂ ਨੇ ਇਲੈਕਸ਼ਨ ਕਰਾਉਣ ਦੀਆਂ। ਪ੍ਰੋਟੈਮ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਨੂੰ ਚੁਣਿਆ ਗਿਆ, ਪਹਿਲੀ ਵੋਟ ਉੱਥੇ ਪਾਈ ਗਈ, ਔਰ ਦੂਸਰੀ ਵੋਟ ਜਿਸ ਵਕਤ ਉੱਥੇ ਪਾਉਣ ਦੀ ਗੱਲ ਹੋਈ, ਸਰਦਾਰ ਸੁਖਬੀਰ ਸਿੰਘ ਕਾਲਰਾ ਸਾਹਿਬ ਜਿਹੜੇ ਬਜ਼ੁਰਗ ਮੈਂਬਰ ਨੇ, ਉਹ ਵੋਟ ਪਾਉਣ ਅੰਦਰ ਜਾਂਦੇ ਆ। ਜਾਣਦੇ ਹੀ, ਕਿਉਂਕਿ ਇਹ ਬੈਲਟ ਪੇਪਰ ਨਹੀਂ ਸੀ, ਬੈਲਟ ਪੇਪਰ ਪ੍ਰਿੰਟਡ ਹੁੰਦਾ, ਇਹਦੇ ਵਿੱਚ ਨਾਮ ਲਿਖਣਾ ਹੁੰਦਾ। ਉਹਨਾਂ ਨੇ ਵਾਪਸ ਆ ਕੇ ਉਹਨਾਂ ਕੋਲ ਇਹ ਪੁੱਛ ਲਿਆ ਸਿਰਫ ਕਿ ਇਹ ਪਰਚੀ ਦੇ ਉੱਤੇ ਕਿਹੜੀ ਜਗ੍ਹਾ 'ਤੇ ਨਾਮ ਲਿਖਣਾ ਕਿ ਗਲਤ ਨਾ ਹੋ ਜਾਏ। ਇਸ ਗੱਲ ਦੇ ਉੱਤੇ ਉਹਨਾਂ ਨੇ ਇਸ਼ੂ ਬਣਾ ਦਿੱਤਾ, ਔਰ ਐਸਾ ਇਸ਼ੂ ਬਣਾਇਆ ਕਿ ਕਿਉਂਕਿ ਉਹ ਮੰਨ ਕੇ ਆਏ ਸੀ, ਅਗਰ ਇਹ ਵਾਲੀ ਨਾ ਹੁੰਦਾ ਦੂਜੀ ਤੇ ਤੀਜਾ ਬਣਾ ਦਿੰਦੇ, ਤੀਜੇ ਤੇ ਚੌਥਾ ਬਣਾ ਦਿੰਦੇ। ਲਗਾਤਾਰ ਉਹਨਾਂ ਨੇ ਇਸ ਉੱਤੇ 6 ਘੰਟੇ ਪਹਿਲੇ ਬਹਿਸ ਕੀਤੀ। ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਨੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਹਨਾਂ ਨੂੰ ਪ੍ਰਪੋਜ਼ਲ ਦਿੱਤੀਆਂ, ਤੁਸੀਂ ਕਹਿ ਰਹੇ ਹੋ ਕਿ ਇਹ ਇਨਵੈਲਿਡ ਹੋ ਗਈ ਵੋਟ, ਜਦ ਵੋਟ 100% ਵੈਲਿਡ ਹੈ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸੀ। ਅਸੀਂ ਕਹਿ ਰਹੇ ਹਾਂ ਵੈਲਿਡ ਹੈ, ਤੁਸੀਂ ਕਹਿ ਰਹੇ ਹੋ ਇਨਵੈਲਿਡ ਹੈ। ਇਹਦਾ ਰਸਤਾ ਕੀ ਹੈ? ਇਹਦਾ ਰਸਤਾ ਹੈ ਕਿ ਇਸ ਵੋਟ ਨੂੰ ਰਿਜ਼ਰਵ ਰੱਖਤਾ ਜਾਏ। 2 ਵੋਟਾਂ ਪਈਆਂ, ਹਲੇ ਜ਼ਿਆਦਾ ਤੇ ਪਈਆਂ ਨਹੀਂ ਸੀ, ਇਹ 2 ਵੋਟਾਂ 'ਚੋਂ ਦੋਨੋਂ ਵੋਟਾਂ ਦੁਬਾਰਾ ਪਵਾਤੇ ਜਾਣ। ਉਹ ਰਿਜ਼ਰਵ ਰੱਖਣ ਲਈ ਤਿਆਰ ਨਹੀਂ ਸੀ, ਕੀ ਉਹਨਾਂ ਦਾ ਕੀ ਕਹਿਣਾ ਸੀ? ਨਾ, ਉਹਨਾਂ ਨਾਲ ਸਿਰਫ ਇੱਕੋ ਲਾਈਨ ਸੀ ਦੋਨਾਂ ਦੀ, ਸਰਦਾਰ ਮਨਜੀਤ ਸਿੰਘ ਜੀਕੇ ਦੀ ਵੀ, ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਦੀ ਵੀ, ਹਰਵਿੰਦਰ ਸਿੰਘ ਸਰਨਾ ਦੀ, ਕਿ ਜੀ ਇਨਵੈਲਿਡ ਕਰੋ।
ਜਾਂ ਪੋਸਟਪੋਨ ਕਰੋ ਇਲੈਕਸ਼ਨ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਓਥ ਲੈ ਕੇ ਇਲੈਕਸ਼ਨ ਸ਼ੁਰੂ ਹੋ ਚੁੱਕੀ ਹੈ, ਪ੍ਰੋਟਮ ਚੇਅਰਮੈਨ ਅਨਾਉਂਸ ਹੋ ਚੁੱਕਾ ਹੈ, ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ। ਉਹਨਾਂ ਨੂੰ ਪਤਾ ਸੀ ਹੋਏਗਾ ਨਹੀਂ, ਡਾਇਰੈਕਟਰ ਨੇ ਇਲੈਕਸ਼ਨ ਕਰਾਣੀ ਹੀ ਕਰਾਣੀ ਹੈ, ਇਸ ਕਰਕੇ ਇਹਨੂੰ ਇਨਵੈਲਿਡ ਕਰੋ। ਮੈਂ ਉਹਨਾਂ ਨੂੰ ਇੱਕ ਹੋਰ ਪ੍ਰਪੋਜ਼ਲ ਦਿੱਤੀ ਕਿ ਭਾਵੇਂ ਗੁਰੂ ਮਰਿਆਦਾ ਦੇ ਵਿੱਚ ਨਹੀਂ ਹੈ ਮਗਰ ਕੌਮ ਦੇ ਵਿੱਚ ਕਈ ਵਾਰ ਇਹੋ ਜਿਹੇ ਫੈਸਲੇ ਹੋਏ ਨੇ ਜਦ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਚੀਆਂ ਪਾ ਕੇ ਫੈਸਲਾ ਕਰ ਲਿਆ ਜਾਂਦਾ ਹੈ। ਅਸੀਂ ਕਿਹਾ ਤੁਸੀਂ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਕਰਨਾ ਤੇ ਤੁਸੀਂ ਬਾਹਰ ਦਫ਼ਤਰ 'ਚ ਬਹਿ ਕੇ ਕਰ ਲਓ ਜਿੱਥੇ ਡਾਇਰੈਕਟਰ ਬੈਠਾ ਸੀ, ਕਿ ਪਰਚੀ ਪਾ ਲਓ। ਜੇ ਮਹਾਰਾਜ ਦਾ ਨਾਮ ਲੈ ਕੇ ਜੇ ਇਨਵੈਲਿਡ ਆਏਗੀ ਤੇ ਇਨਵੈਲਿਡ ਮੰਨ ਲਾਂਗੇ, ਵੈਲਿਡ ਆਏਗੀ ਤੇ ਵੈਲਿਡ ਮੰਨ ਲਾਂਗੇ। ਜੇ ਵੋਟ ਨੂੰ ਰਿਜ਼ਰਵ ਰੱਖਣਾ ਹੈ ਤੇ ਵੋਟ ਨੂੰ ਰਿਜ਼ਰਵ ਰੱਖ ਲਓ। ਅਗਰ ਇੱਕ ਵੋਟ ਤੋਂ ਵੀ ਜ਼ਿਆਦਾ ਡਿਫਰੈਂਸ ਹੋਏਗਾ ਤੇ ਇਹ ਖਤਮ ਹੋ ਗਈ, ਇਹਦੀ ਲੋੜ ਨਹੀਂ ਹੈ। ਔਰ ਅਗਰ ਇੱਕ ਤੋਂ ਵੋਟ ਹੋਏਗਾ ਤੇ ਅਸੀਂ ਕੋਰਟ ਤੋਂ ਕਰ ਲਾਂਗੇ। ਉਹ ਕੈਂਸਲ ਕਰਨ ਤੇ ਅੜੇ ਹੋਏ ਸੀ। ਬਿਲਕੁਲ ਕੈਂਸਲ ਕਰਨ ਤੇ ਅੜੇ ਹੋਏ ਸੀ। ਇੱਕ ਗੱਲ ਦਾ ਡਿਸਪਿਊਟ ਹੈ, ਜੇ ਡਿਸਪਿਊਟ ਦੋ ਤਰੀਕੇ ਹੁੰਦੇ ਨੇ। ਜੇ ਦੁਨਿਆਵੀ ਸਮਾਜਿਕ ਤਰੀਕੇ ਦੇ ਨਾਲ ਤੁਸੀਂ ਬਹਿਣਾ ਤੇ ਤੁਸੀਂ ਉਹਨੂੰ ਸੌਟ ਆਊਟ ਕਰੋ। ਜੇ ਤੁਸੀਂ ਸਮਾਜਿਕ ਤਰੀਕੇ ਨਾਲ ਨਹੀਂ ਬਹਿਣਾ, ਤੁਸੀਂ ਕਹਿਣਾ ਜੀ ਮੇਰਾ ਰਾਈਟ ਬਣਦਾ ਹੈ, ਤਾਂ ਤੁਸੀਂ ਕੋਰਟ ਜਾਓ। ਅਸੀਂ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਗਲਤ ਹੋਇਆ ਤਾਂ ਤੁਸੀਂ ਕੋਰਟ ਚਲੇ ਜਾਓ। ਪਿਛਲੇ 5 ਮਹੀਨਿਆਂ ਤੋਂ ਵੀ ਤਾਂ ਰੋਜ਼ ਕੋਰਟ ਜਾ ਰਹੇ ਹੋ। ਕੋਰਟ ਦੇ ਤੁਸੀਂ ਕੀ ਕਹਿੰਦੇ ਨੇ ਜਿਹੜੇ ਉੱਥੇ ਪਰਮਾਨੈਂਟਲੀ ਤੁਸੀਂ ਮੇਰੇ ਖਿਆਲ ਲੱਗਦਾ ਉੱਥੇ ਕੋਠੀ ਪਾ ਰੱਖੀ ਹੈ। ਰੋਜ਼ ਤੁਸੀਂ ਕੋਰਟਾਂ ਦੇ ਵਿੱਚ ਜਾਂਦੇ ਹੋ, ਸਵੇਰੇ ਜਾਂਦੇ ਹੋ, ਤੁਸੀਂ ਇੱਕ ਮੈਂਬਰ ਦੀ ਵੋਟਿੰਗ ਰਾਈਟ ਨੂੰ ਰੁਕਵਾਉਂਦੇ ਹੋ, ਸ਼ਾਮ ਵੀ ਜਾਂਦੇ ਹੋ ਦੂਜੇ ਨੂੰ ਰੁਕਵਾ। ਤੇ ਇਸ ਮਾਮਲੇ 'ਚ ਕੋਰਟ ਕਿਉਂ ਨਹੀਂ ਜਾ ਸਕਦੇ? ਮਗਰ ਉਹਨਾਂ ਨੂੰ ਪਤਾ ਸੀ ਕਿ ਅਗਰ ਅਸੀਂ ਇੱਥੋਂ ਬਾਹਰ ਚਲੇ ਗਏ ਤਾਂ ਸਾਡੀ ਬੁਖਲਾਹਟ, ਸਾਡੀ ਹਾਰ ਦੁਨੀਆ ਦੇ ਸਾਹਮਣੇ ਆਏਗੀ। ਇਸ ਕਰਕੇ ਦੇ ਵਾਂਟਡ ਟੂ ਕ੍ਰੀਏਟ ਸੀਨ। ਉਹਨਾਂ ਨੇ ਇੱਕ ਸੀਨ ਕ੍ਰੀਏਟ ਕੀਤਾ। ਬਾਰ-ਬਾਰ ਤੁਸੀਂ ਹਰਵਿੰਦਰ ਸਿੰਘ ਸਰਨਾ ਦੀ ਵੀਡੀਓ ਦੇਖੀ ਹੋਏਗੀ, ਤੁਸੀਂ ਸਾਨੂੰ ਮਾਰ ਲਓ, ਤੁਸੀਂ ਸਾਨੂੰ ਪੁਲਿਸ ਬੁਲਾ ਕੇ ਸਾਨੂੰ ਬਾਹਰ ਸੁੱਟਵਾ ਲਓ। ਰੋਕਣਾ ਚਾਹੁੰਦਾ ਸੋਸ਼ਲ ਮੀਡੀਆ ਤੇ ਬਾਰ-ਬਾਰ ਇਹ ਕਿਹਾ ਗਈ ਜਾ ਰਿਹਾ ਕਿ ਜਦ ਤੁਹਾਡੇ ਕੋਲ 30 ਮੈਂਬਰ ਸੀ, ਉਹਨਾਂ ਕੋਲ 14, 15 ਜਾਂ 20 ਜਿੰਨੇ, ਅਗਰ ਇੱਕ ਵੋਟ ਰਿਜੈਕਟਡ ਵੀ ਮੰਨੀ ਜਾਂਦੀ ਤੇ ਇਹਦੇ ਨਾਲ ਕੀ ਫਰਕ ਪੈਣਾ? ਕਿ ਇਹ ਕ੍ਰਾਸ ਵੋਟਿੰਗ ਦਾ ਖਤਰਾ ਸੀ ਤੁਹਾਨੂੰ? ਬਿਲਕੁਲ। ਮੈਨੇ ਕ੍ਰਾਸ ਵੋਟਿੰਗ ਦਾ ਕੀ ਮਤਲਬ ਹੈ? ਕਿਸੇ ਦਾ ਰਾਈਟ ਹੈ, ਇੱਕ ਸੀਟ ਹੈਗੀ ਹੈ, ਇੱਕ ਸੀਟ ਦੇ ਪਿੱਛੇ ਤੁਸੀਂ ਪੂਰੀ ਜੰਗ ਲੜ ਰਹੇ ਹੋ। ਇੱਕ ਸੀਟ ਨੂੰ ਕਟਾਉਣ ਵਾਸਤੇ ਤੁਸੀਂ 5 ਮਹੀਨੇ ਸਾਰੀ ਦਿੱਲੀ ਦੇ ਸੰਗਤ ਨੂੰ ਦਿੱਤੇ ਹੋਏ, ਜਿਹੜੀ ਨੋਮੀਨੇਸ਼ਨ ਆਈ ਸੀ ਸ਼੍ਰੋਮਣੀ ਕਮੇਟੀ ਦੀ, ਉਹ ਸੀਟ ਪਿੱਛੇ ਤੁਸੀਂ ਲੜਾਈ ਲੜ ਲਈ ਔਰ ਤੁਸੀਂ ਸਾਨੂੰ ਕਹਿ ਦਿਓ ਜੀ ਕਿ ਇਹ ਸੀਟ ਵੋਟ ਅਸੀਂ ਕੈਂਸਲ ਕਰ ਦਿਆਂਗੇ। ਇੱਕ ਸੀਟ ਦੀ ਲੜਾਈ ਹੈ। ਅਸੀਂ ਉਹਨਾਂ ਦੀ ਗੱਲ ਕਿਉਂ ਮੰਨੀਏ ਜੀ ਕਿ ਉਹ ਵੈਲਿਡ ਇਨਵੈਲਿਡ ਕਰਦੀ ਹੈ? ਅਸੀਂ ਉਹਦੇ ਰਸਤੇ ਕੱਢੇ, ਦੋਨੋਂ ਆਪਸ਼ਨਸ ਦਿੱਤੀਆਂ, ਨਹੀਂ ਮੰਨੇ ਕਿਉਂਕਿ ਦਿਮਾਗ 'ਚ ਇੱਕ ਟੀਚਾ ਬਣਾ ਰਿਹਾ ਸੀ ਕਿ ਇਲੈਕਸ਼ਨ ਨੂੰ ਪੋਸਟਪੋਨ ਕਰਾਈਏ। ਸ਼ਾਇਦ ਹੋ ਸਕਦਾ ਹੈ ਕਿਉਂਕਿ ਲਾਲਚ ਬਹੁਤ ਦਿੱਤੇ ਸੀ, ਬੜਾ ਕੁਝ ਕੀਤਾ ਸੀ। ਉਸ ਦਿਨ ਤੱਕ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਸੀ। ਉਹਨਾਂ ਨੂੰ ਨਜ਼ਰ ਆਇਆ ਸ਼ਾਇਦ ਅਸੀਂ ਟਾਈਮ ਗੇਨ ਕਰਕੇ ਹੋਰ 2 ਮੈਂਬਰਾਂ ਦੀਆਂ ਵੋਟਾਂ ਰੋਕ ਲਾਂਗੇ, ਇੱਕ ਅੱਧੇ ਮੈਂਬਰ ਨੂੰ ਕੋਈ ਕਿਧਰੇ ਨਾ ਕਿਧਰੇ ਫਸਲਾਉਣ ਦੀ ਕੋਸ਼ਿਸ਼ ਕਰਾਂਗੇ। ਬਟ ਲੋਕਾਂ ਨੇ ਬਿਲਕੁਲ ਮੂੰਹ ਤੋੜ ਜਵਾਬ ਦਿੱਤਾ। 30 ਦੀ 30 ਵੋਟਾਂ ਇੱਕ ਸਾਈਡ 'ਤੇ ਪਈਆਂ ਨੇ ਔਰ ਸੰਗਤ ਨੇ ਜੋ ਫਤਵਾ ਦਿੱਤਾ ਸੀ ਉਹਦੇ ਉੱਤੇ ਸਾਰੇ ਮੈਂਬਰਾਂ ਨੇ ਮੋਹਰ ਲਾਈ ਹੈ। ਕਾਲਕਾ ਜੀ, ਮੇਰਾ ਆਖਰੀ ਸਵਾਲ ਹੈ, ਜਸਮੇਨ ਸਿੰਘ ਨੋਨੀ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ, ਤੁਸੀਂ ਪਾਰਟੀ 'ਚੋਂ ਵੀ ਕੱਢਤਾ, ਫਿਰ ਉਹਨੂੰ ਜੁਆਇੰਟ ਸੈਕਟਰੀ ਹੋਣਾ? ਦੇਖੋ, ਪਹਿਲੀ ਗੱਲ ਕਿ ਸਰਦਾਰ ਜਸਮੀਨ ਸਿੰਘ ਨੋਨੀ ਨੂੰ ਪਾਰਟੀ ਤੋਂ ਅਕਾਲੀ ਦਲ ਤੋਂ ਕੱਢਿਆ, ਉਹ ਅੱਜ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਨੇ। ਉਹਨਾਂ ਨੂੰ ਮੈਂ ਨਹੀਂ ਬਣਾਇਆ ਮੈਂਬਰ, ਉਹਨਾਂ ਦਾ ਨਾਮ ਮੈਂਬਰ ਕਿਸੇ ਨੇ ਪ੍ਰਪੋਜ਼ ਕੀਤਾ ਔਰ ਪ੍ਰਪੋਜ਼ ਕਰਨ ਤੋਂ ਬਾਅਦ ਉੱਥੇ ਵੋਟਾਂ ਪਈਆਂ। ਵੋਟਾਂ ਪੈ ਕੇ ਅਗਰ ਕਿਸੇ ਬੰਦੇ ਨੂੰ ਉਹ ਪੈਂਦੇ, ਅਗਰ ਇਸ ਚੀਜ਼ ਨੂੰ ਅਸੀਂ ਦੇਖੀਏ, ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ ਚੋਰੀ ਦੇ ਇਲਜ਼ਾਮ ਲੱਗੇ, ਅਸੀਂ FIR ਬਣਾ ਉਸ 'ਤੇ ਸਰਦਾਰ ਗੁਰਮੀਤ ਸਿੰਘ ਸ਼ੈੱਟੀ ਨੇ ਕੀਤੀ। ਸੰਗਤ ਦੇ ਵਿੱਚ ਗਿਆ, ਮਨਜੀਤ ਸਿੰਘ ਦੇ ਜੀਕੇ ਨੂੰ ਫਿਰ ਵੋਟਾਂ ਪਈਆਂ, ਉਹ ਵਾਪਸ ਆ ਗਿਆ ਮੈਂਬਰ। ਇਸ 'ਤੇ ਮੈਂ ਕੀ ਚੈਲੰਜ ਕਰ ਸਕਦਾ ਹਾਂ? ਨੋਨੀ ਦੇ ਮਾਮਲੇ 'ਚ ਤੁਹਾਡੀ ਮਤਲਬ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਨਹੀਂ ਸੀ, ਇਹ ਮੰਨਿਆ ਜਾਏ? ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਸੀ। ਉਹ ਕੈਂਡੀਡੇਟ ਬਣਾਇਆ ਗਿਆ। ਅੱਜ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਹਿੱਸਾ ਹੈ, ਮਗਰ ਉਹ ਅਕਾਲੀ ਦਲ ਦਾ ਮੈਂਬਰ ਨਹੀਂ ਹੈ। ਮੈਂਬਰ ਸਾਰੇ ਅਕਾਲੀ ਦਲ ਦੇ ਨੇ, ਅਕਾਲੀ ਦਲ ਨੇ ਹੀ ਉਹਨੂੰ ਵੋਟਾਂ ਪਈਆਂ, ਅਕਾਲੀ ਦਲ ਇਕਜੁੱਟ ਨਹੀਂ ਹੈ। ਬਿਲਕੁਲ ਅਕਾਲੀ ਦਲ ਦੇ ਵੋਟਾਂ ਪਈਆਂ, ਉਹਨੂੰ ਅਕਾਲੀ ਦਲ ਦੀ ਵੋਟਾਂ ਨਹੀਂ ਪਈਆਂ, ਉਹਨੂੰ ਵੋਟਾਂ ਪਈਆਂ ਨੇ ਆਪਣੇ ਕਿਰਦਾਰ ਨਾਲ, ਆਪਣੇ ਯਾਰੀ ਦੋਸਤੀ ਨਾਲ, ਆਪਣੇ ਭਾਈਚਾਰੇ ਨਾਲ। ਪਾਰਟੀ ਦੇ ਵਿੱਚੋਂ ਉਹਦਾ ਇਸ ਚੀਜ਼ ਦਾ ਹੋਇਆ ਤੇ ਉਹਨਾਂ ਦਾ ਤੁਸੀਂ ਸਾਰਾ ਸ਼ੋਅ ਕਰ ਹੀ ਦਿੱਤਾ। ਨਹੀਂ, ਬਿਲਕੁਲ ਮੈਂ ਗੱਲ ਕਰ ਰਿਹਾ ਕਿ ਉਹਦਾ ਆਪਣਾ ਪਿਆਰ ਭਾਵ ਜੋ ਲੋਕਾਂ ਦੇ ਨਾਲ, ਆਪਣੇ ਮੈਂਬਰਾਂ ਦੇ ਨਾਲ ਹੈਗਾ, ਉਹਨੂੰ ਵੋਟਾਂ ਪਈਆਂ। ਵੋਟਾਂ ਨਾ ਪਈਆਂ ਹੁੰਦੀਆਂ ਤਾਂ ਤੁਸੀਂ ਕਹਿ ਸਕਦੇ ਸੀ ਕਿ ਵੀ ਅਸੀਂ ਉਹਨੂੰ ਚੁਣ ਕੇ ਭੇਜਿਆ। ਉਹ ਇੱਕ ਡੈਮੋਕ੍ਰੈਟਿਕ ਰਾਈਟ ਹੈ ਕਿਸੇ ਦਾ ਵੀ ਇਲੈਕਸ਼ਨ ਖੜੇ ਹੋਣਾ। ਉਹਦੇ ਬਾਰੇ ਕਿਸੇ ਨੇ ਪ੍ਰਪੋਜ਼ ਕੀਤਾ, ਸੈਕਿੰਡ ਕਿਸੇ ਹੋਰ ਨੇ ਕੀਤਾ ਔਰ ਉਸ ਤੋਂ ਬਾਅਦ ਵੋਟਾਂ ਪਈਆਂ ਗਿਆ। ਉਹਦੇ ਸਾਹਮਣੇ ਰਮਿੰਦਰ ਸਿੰਘ ਸਵੀਟਾ ਖੜੇ ਹੋਏ, ਵੋਟਾਂ ਉਹਨਾਂ ਨੂੰ ਪਈਆਂ। ਉਹਦੇ ਵਿੱਚ ਤੁਸੀਂ ਮੈਂ ਕੀ ਕਿੰਤੂ ਪਰੰਤੂ ਕਰ ਸਕਦੇ? ਤੁਹਾਨੂੰ ਵੋਟ ਵੀ ਉਹਨੇ ਪਾਈ ਹੈ, ਜਸਮੇਨ ਸਿੰਘ ਨੋਨੀ ਨੇ ਪ੍ਰਧਾਨਗੀ ਵਾਸਤੇ? ਨਹੀਂ, ਮੈਨੂੰ ਪਾਈ ਹੋਏਗੀ। ਉਹਨੇ ਮੇਰੇ ਬਾਰੇ ਦੇਖਿਆ। ਇਹ ਸਵਾਲ ਦਾ ਜਵਾਬ ਤੇ ਸਰਦਾਰ ਜਸਮੀਨ ਨਹੀਂ, ਉਹ ਕਹਿੰਦੇ ਸਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਬਣਨ ਦੇ ਲੱਗ ਨਹੀਂ, ਲੇਕਿਨ ਉਹਨੇ ਵੋਟ ਤੁਹਾਨੂੰ ਪਾਈ। ਦੇਖੋ, ਇਹ ਜਸਮੀਨ ਸਿੰਘ ਨੋਨੀ ਕਹਿ ਸਕਦਾ ਹੈ, ਇਹ ਜਸਮੀਨ ਸਿੰਘ ਨੋਨੀ ਨੂੰ ਪਤਾ ਹੋਏਗਾ ਕਿ ਅਗਰ ਨਹੀਂ ਕਿਹਾ ਬਈ ਉਹਨੇ ਮੇਰੇ ਬਾਰੇ ਕਿਹਾ ਸੀ ਇਹ ਗੱਲ ਦੇ ਉੱਤੇ। ਇਸ ਤਰੀਕੇ ਦੇ ਨਾਲ ਕਈ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਹ ਗੱਲਾਂ ਲਿਖੀਆਂ ਸੀ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਮਗਰ ਜਿਸ ਵਕਤ ਲਾਰਜਰ ਇੰਟਰਸਟ ਆਫ ਦੀ ਕਮਿਊਨਿਟੀ ਦੇਖਿਆ ਜਾਂਦਾ ਤੇ ਕਈ ਚੀਜ਼ਾਂ ਨੂੰ ਇਗਨੋਰ ਕੀਤਾ ਜਾਂਦਾ। ਸੋ ਮੈਨੂੰ ਲੱਗਦਾ ਸ਼ਾਇਦ ਜਸਮੀਨ ਸਿੰਘ ਨੋਨੀ ਨੂੰ ਵੀ ਇਹ ਨਜ਼ਰ ਆ ਗਿਆ ਕਿ ਇਹਨਾਂ ਦੇ ਮੁਕਾਬਲੇ ਅੱਜ ਕੋਈ ਐਸਾ ਕੈਂਡੀਡੇਟ ਨਹੀਂ ਹੈ। ਹਾਂ, ਹੋ ਸਕਦਾ ਹੈ ਕੋਈ ਹੋਰ ਕੈਂਡੀਡੇਟ ਉਸ ਵਕਤ ਸਾਹਮਣੇ ਹੁੰਦਾ, ਉਹਨਾਂ ਦੀ ਵੋਟ ਦਾ ਕੀ ਮਨ ਬੰਦਾ ਮੈਂ ਨਹੀਂ ਕਹਿ ਸਕਦਾ। ਮਗਰ ਬਿਲਕੁਲ 29 ਬੰਦਿਆਂ ਦੀ ਵੋਟਾਂ ਖੁੱਲੀਆਂ ਨੇ। 30ਵੀਂ ਵੋਟ ਜਿਹੜੀ
ਚੀਜ਼ ਦੀ ਰਿਜ਼ਰਵ ਹੋਈ ਹੈ, 30 ਦੀ 30 ਵੋਟਾਂ ਇੱਕ ਸਾਈਡ ਪਈਆਂ ਔਰ ਜੋ ਸੇਵਾ ਸਾਨੂੰ ਕੌਮ ਨੇ ਦਿੱਤੀ ਹੈ ਅਸੀਂ ਉਹਨੂੰ ਬਖੂਬੀ ਨਿਭਾਵਾਂਗੇ। ਕਾਲਕਾ ਜੀ, ਅਖੀਰ ਵਿੱਚ ਇਹ ਨਵੀਂ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ, ਪ੍ਰਧਾਨਗੀ ਦੇ ਨਾਤੇ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਦੇਖੋ, ਮੈਂ ਸਮੁੱਚੀ ਸੰਗਤ ਨੂੰ ਵੀ ਬੇਨਤੀ ਕਰਾਂਗਾ, ਆਪਣੇ ਵਿਰੋਧੀਆਂ ਨੂੰ ਵੀ ਬੇਨਤੀ ਕਰਾਂਗਾ ਔਰ ਜਿਹੜੀ ਸਾਡੀ ਆਪੋਜੀਸ਼ਨ ਪਾਰਟੀ ਦੇ ਹੋਰ ਮੈਂਬਰ ਸਾਹਿਬਾਨ ਨੇ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡੀ ਚੈਲੰਜਸ ਦੇ ਵਿੱਚ ਖੜੀ ਹੈ, ਜਿਹਦੇ ਵਿੱਚ ਸਾਡੇ ਕਮਿਊਨਿਟੀ ਦੇ ਹਮਲੇ ਹੋਏ ਜਾ ਰਹੇ ਆ, ਸਾਡੀ ਐਜੂਕੇਸ਼ਨ ਦੀ ਪ੍ਰੋਬਲਮਸ ਨੇ, ਸਾਡੀ ਮੈਡੀਕਲ ਦੀ ਪ੍ਰੋਬਲਮਸ ਨੇ, ਕਿਉਂਕਿ ਅਸੀਂ ਬਹੁਤ ਅੱਗੇ ਇਸ ਸੇਵਾ ਨੂੰ ਲੈ ਕੇ ਜਾਣਾ। ਸੋ ਸਾਰੇ ਮੈਂਬਰ ਸਾਹਿਬਾਨ ਜਿਹੜੇ ਭਾਵੇਂ ਜਿਹੜੇ ਵੀ ਦਲ 'ਤੇ ਆ ਸਾਡੇ ਨਾਲ ਹਿੱਸਾ ਬਣਨ ਇਸ ਕਮੇਟੀ ਦਾ। ਮੈਂ ਦੋਨੋਂ ਬਾਹਾਂ ਖੋਲ੍ਹ ਕੇ ਉਹਨਾਂ ਦਾ ਸਵਾਗਤ ਕਰਾਂਗਾ ਔਰ ਇਸ ਕਮੇਟੀ ਦੇ ਵਿੱਚ ਟੀਮ ਦਾ ਹਿੱਸਾ ਬਣਾ ਕੇ ਉਹਨਾਂ ਨੂੰ ਲੈ ਕੇ ਚੱਲਾਂਗਾ, ਕਿਉਂਕਿ ਪਿਛਲੇ 6-7 ਸਾਲ ਤੋਂ ਅਸੀਂ ਲਗਾਤਾਰ ਸਿਵਾਏ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਦੇ ਹੋਰ ਕੁਝ ਨਹੀਂ ਕਰ ਪਾ ਰਹੇ। ਸੋ ਸਾਡੀ ਔਰ ਇਹਦੇ ਨਾਲ ਕਮਿਊਨਿਟੀ ਦੀ ਬਦਨਾਮੀ ਹੋ ਰਹੀ ਹੈ। ਸੋ ਮੈਂ ਸਭ ਨੂੰ, ਕਿਉਂਕਿ ਮੈਂ ਇਸ ਵਾਦ ਵਿਵਾਦ ਦੀ ਤੋਂ ਪਰੇ ਹਟ ਕੇ ਸਾਰਿਆਂ ਨੂੰ ਇਕੱਠਾ ਲੈ ਕਰਕੇ ਇਹ ਕੌਮ ਦੇ ਕੰਮ ਕਰਨਾ ਚਾਹਾਂ। ਇਹ ਸਨ ਸਰਦਾਰ ਹਰਮੀਤ ਸਿੰਘ ਕਾਲਕਾ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਵੀਂ ਜ਼ਿੰਮੇਵਾਰੀ ਵੀ ਮਿਲੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਏਗਾ। ਦਿੱਲੀ ਤੋਂ ਜਗਤਾਰ ਸਿੰਘ, ਅਜੀਤ ਵੈਬ ਟੀਵੀ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬਸ ਕਰੋ, ਪੜ ਵੀ ਲਓ ਹੁਣ। ਚੀਟਰ 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 ਝੂਠਾ ਕਿਸੇ ਥਾਂ ਦਾ ਐਵੇਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ, ਧੋਖੇਬਾਜ਼ ਕਿਸੇ ਥਾਂ ਦਾ। ਪਾਪ ਲੱਗੂ ਪਾਪ। ਉਹ ਕੱਪੂ, ਤੂੰ ਐਵੇਂ ਇੰਨੀਆਂ ਝੂਠੀਆਂ ਸੌਂ ਕਿਉਂ ਖਾਈ ਜਾਣਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋ ਗਈ। ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸਹੁੰ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸਹੁੰ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ? ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।